ਤੁਸੀਂ ਬੀਜੇਪੀ 'ਚ ਐਂਟਰੀ ਉਸ ਸਮੇਂ ਕੀਤੀ ਔਰ ਪੰਜਾਬ ਦੇ ਵਿੱਚ ਉਸ ਸਮੇਂ ਇਲੈਕਸ਼ਨ ਲੜਨ ਲਈ ਆ ਗਏ ਜਦੋਂ ਬੀਜੇਪੀ ਨੂੰ ਲੈ ਕੇ ਪੰਜਾਬ ਦੇ ਵਿੱਚ ਇੱਕ ਐਂਟੀ ਪੰਜਾਬ ਕਿਸਮ ਦਾ ਨੈਰੇਟਿਵ ਬਣ ਗਿਆ ਕਿਸਾਨ ਅੰਦੋਲਨ ਦੀ ਵਜ੍ਹਾ ਦੇ ਨਾਲ। ਕਿਤੇ ਇਹ ਫੈਸਲਾ ਗਲਤ ਸਾਬਤ ਨਾ ਹੋ ਜਾਵੇ। ਜਿਹੜਾ ਐਪੀਸੋਡ ਹੋਇਆ ਕੈਪਟਨ ਨੂੰ ਹਟਾਣਾ, ਚਰਨਜੀਤ ਚੰਨੀ ਦਾ ਸੀਐਮ ਬਣਨਾ, ਨਵਜੋਤ ਸਿੰਘ ਸਿੱਧੂ ਦਾ ਪ੍ਰਧਾਨ ਬਣਨਾ, ਅਰਵਿੰਦ ਖੰਨਾ ਦੂਰ ਬੈਠ ਕੇ ਜਦੋਂ ਦੇਖ ਰਹੇ ਸੀ ਤੇ ਕੀ ਸੋਚ ਰਹੇ ਸੀ, ਕੀ ਆਬਜ਼ਰਵ ਕਰ ਰਹੇ ਸੀ? ਸੈਂਟਰ ਲੀਡਰਸ਼ਿਪ ਇੰਨੀ ਦੂਰ ਬਹਿ ਕੇ ਇੱਕ ਡਿਸੀਜਨ ਬਣਾਉਂਦੀ, ਉਹਨਾਂ ਨੂੰ ਪੰਜਾਬ ਦੀ ਰਿਐਲਿਟੀ ਨਹੀਂ ਪਤਾ। ਅੱਜ ਮੈਂ ਗਾਰੰਟੀ ਨਾਲ ਕਹਿ ਸਕਦਾ ਕਾਂਗਰਸ ਪਾਰਟੀ ਰਿਗਰੈਟ ਕਰਦੀ ਹੈ। ਤੁਸੀਂ ਬੀਜੇਪੀ ਔਰ ਕਾਂਗਰਸ ਦੀ ਵਰਕਿੰਗ ਕਿਵੇਂ ਦੇਖਦੇ ਹੋ? ਕੀ ਡਿਫਰੈਂਸ ਹੈ ਪਾਰਟੀ ਦੇ ਕੋਈ ਵਿੱਚ? ਕੰਪੈਰੀਜ਼ਨ ਨਹੀਂ। ਰਾਹੁਲ ਗਾਂਧੀ ਤੇ ਨਰਿੰਦਰ ਮੋਦੀ 'ਚ ਡਿਫਰੈਂਸ ਕੀ ਸਮਝਦੇ ਹੋ? ਕਿਉਂਕਿ ਦੇਸ਼ ਨੂੰ ਦੋਨੋਂ ਚਲਾਨ, ਇੱਕ ਚਲਾ ਰਹੇ ਨੇ, ਇੱਕ ਚਲਾਨ ਦੇ ਵਿੱਚ ਇਨ ਵੇਟਿੰਗ ਬੈਠੇ ਨੇ। ਨਹੀਂ ਉਹਨਾਂ ਨੂੰ ਵੇਟ ਬਹੁਤ ਕਰਨਾ ਪੈਣਾ। ਰਾਹੁਲ ਗਾਂਧੀ ਤੁਹਾਨੂੰ ਲੱਗਦਾ ਖੜਦੇ ਨਹੀਂ ਮੋਦੀ ਅੱਗੇ? ਨਹੀਂ ਕੋਈ ਨਹੀਂ ਖੜਦਾ ਮੋਦੀ ਸਾਹਿਬ। ਕਹਿੰਦੇ ਪ੍ਰੈਸ਼ਰ ਪੋਲਿਟਿਕਸ ਕਰਦੇ ਨੇ ਨਰਿੰਦਰ ਮੋਦੀ। ਚਰਨਜੀਤ ਚੰਨੀ ਤੇ ਜਿਹੜੇ ਈਡੀ ਦੇ ਰੇਡਸ ਪਏ, ਅਰਵਿੰਦ ਕੇਜਰੀਵਾਲ ਉਹ ਕਹਿੰਦੇ ਮੇਰੇ ਤੇ ਵੀ ਰੇਡ ਪਵਾਏ, ਮੈਨੂੰ ਵੀ ਬਹੁਤ ਪ੍ਰੈਸ਼ਰਾਈਜ਼ ਕਰਨ ਦੀ ਕੋਸ਼ਿਸ਼ ਕੀਤੀ। ਇਹ ਨਰਿੰਦਰ ਮੋਦੀ ਦਾ ਪੋਲਿਟਿਕਸ ਦਾ ਸਟਾਈਲ ਹੈ। ਬੀਜੇਪੀ ਦੀ ਜਿਹੜੀ ਨਜ਼ਰ ਸੀਗੀ ਉਹ ਸੰਗਰੂਰ ਲੋਕ ਸਭਾ ਸੀਟ ਤੇ ਹੈਗੀ। ਹੋ ਸਕਦਾ ਕਿ ਅਰਵਿੰਦ ਖੰਨਾ ਕੱਲ ਨੂੰ ਸੰਗਰੂਰ ਲੋਕ ਸਭਾ ਦੇ ਕੈਂਡੀਡੇਟ ਵੀ ਹੋਣ। ਸਤਿ ਸ਼੍ਰੀ ਅਕਾਲ, ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ। ਮੈਂ ਹਾਂ ਪਮਿਲ ਭਾਟੀਆ। ਸੰਗਰੂਰ ਅਤੇ ਧੂਰੀ ਤੋਂ 2 ਵਾਰ ਕਾਂਗਰਸ ਦੇ ਐਮਐਲਏ ਰਹੇ, ਫਿਰ ਕਾਂਗਰਸ ਤੋਂ ਐਸੇ ਨਾਰਾਜ਼ ਹੋ ਗਏ ਕਿ 7 ਸਾਲ ਦੇ ਲਈ ਸਿਆਸਤ ਹੀ ਛੱਡ ਦਿੱਤੀ। ਦੁਬਾਰਾ ਜਦੋਂ ਸੰਗਰੂਰ ਦੇ ਵਿੱਚ ਪਰਤੇ ਤੇ ਕਾਂਗਰਸੀ ਹੱਥ ਦੇ ਵਿੱਚ ਭਾਜਪਾ ਦਾ ਕਮਲ ਆ ਗਿਆ। ਅਸੀਂ ਗੱਲ ਕਰ ਰਹੇ ਹਾਂ ਕਿਸੇ ਸਮੇਂ ਪੰਜਾਬ ਕਾਂਗਰਸ ਦੇ ਬਹੁਤ ਹੀ ਵੱਡੇ ਨੇਤਾ ਰਹੇ ਅਰਵਿੰਦ ਖੰਨਾ ਹੁਣਾਂ ਦੀ। ਅਰਵਿੰਦ ਖੰਨਾ ਹੁਣ ਬੀਜੇਪੀ ਦੇ ਕੈਂਡੀਡੇਟ ਨੇ, ਸਾਡੇ ਨਾਲ ਐਕਸਕਲੂਸਿਵਲੀ ਜੁੜ ਰਹੇ ਨੇ। ਖੰਨਾ ਸਾਹਿਬ ਬਹੁਤ ਧੰਨਵਾਦ ਥੈਂਕ ਯੂ ਦੈਨਿਕ ਸਵੇਰਾ ਨੂੰ ਟਾਈਮ ਦੇਣ ਦੇ ਲਈ। ਥੈਂਕ ਯੂ ਥੈਂਕ ਯੂ। ਖੰਨਾ ਸਾਹਿਬ, ਤੁਸੀਂ ਬੀਜੇਪੀ 'ਚ ਐਂਟਰੀ ਉਸ ਸਮੇਂ ਕੀਤੀ ਔਰ ਪੰਜਾਬ ਦੇ ਵਿੱਚ ਉਸ ਸਮੇਂ ਇਲੈਕਸ਼ਨ ਲੜਨ ਲਈ ਆ ਗਏ ਜਦੋਂ ਬੀਜੇਪੀ ਨੂੰ ਲੈ ਕੇ ਪੰਜਾਬ ਦੇ ਵਿੱਚ ਇੱਕ ਐਂਟੀ ਪੰਜਾਬ ਕਿਸਮ ਦਾ ਨੈਰੇਟਿਵ ਬਣ ਗਿਆ ਕਿਸਾਨ ਅੰਦੋਲਨ ਦੀ ਵਜ੍ਹਾ ਦੇ ਨਾਲ। ਤਾਂ ਲੱਗਦਾ ਕਿ ਤੁਹਾਡੇ ਵਰਗੇ ਜਿਹੜੇ ਸੀਜ਼ਨਡ ਪੋਲੀਟੀਸ਼ੀਅਨ ਨੇ, ਇੰਨਾ ਐਕਸਪੀਰੀਅੰਸ ਹੈ ਤੁਹਾਨੂੰ ਪੋਲੀਟਿਕਸ ਦਾ, ਉਹਦੇ ਲਈ ਕਿਤੇ ਇਹ ਫੈਸਲਾ ਗਲਤ ਸਾਬਤ ਨਾ ਹੋ ਜਾਏ? ਨਹੀਂ ਬਿਲਕੁਲ ਨਹੀਂ। ਦੇਖੋ, ਇੱਕ ਮੈਂ ਸੱਚਾਈ ਨਾਲ ਕਹਿ ਸਕਦਾ ਜਿੱਦਾਂ ਮੈਂ ਸਮਾਂ ਬੀਜੇਪੀ ਦੀ ਸੈਂਟਰਲ ਲੀਡਰਸ਼ਿਪ ਲਾਇਆ, ਉਹ ਬਹੁਤ ਹੀ ਵੈਲ ਮੀਨਿੰਗ ਪਾਰਟੀ ਹੈ, ਲੋਕਾਂ ਦੇ ਹਿੱਤਾਂ ਦੀ ਪਾਰਟੀ ਹੈ, ਇਸ ਦੇਸ਼ ਨੂੰ ਅੱਗੇ ਲੈ ਜਾਣਾ ਚਾਹੁੰਦੀ ਹੈ, ਹਰੇਕ ਸੂਬੇ ਨੂੰ ਅੱਗੇ ਲੈ ਜਾਣਾ ਚਾਹੁੰਦੀ ਹੈ। ਔਰ ਮੈਂ ਯਕੀਨਨ ਕਹਿ ਸਕਦਾ ਕਿ ਪ੍ਰਧਾਨ ਮੰਤਰੀ ਕਿਸਾਨਾਂ ਦੇ ਹੱਕ 'ਚ ਹੈ। ਇੱਕ ਕਾਨੂੰਨ ਉਹਨਾਂ ਨੇ ਕੱਢਿਆ ਸੀ, ਉਹਨਾਂ ਨੂੰ ਇਹ ਮਹਿਸੂਸ ਹੁੰਦਾ ਸੀ ਕਿ ਇਹ ਕਾਨੂੰਨ ਸਹੀ ਹੈ। ਠੀਕ ਹੈ, ਉਸ ਕਾਨੂੰਨ ਦੇ ਵਿੱਚ ਕਈ ਚੀਜ਼ਾਂ ਸਹੀ ਵੀ ਸੀ, ਇੱਕ ਆਦੀ ਚੀਜ਼ ਗਲਤ, ਜੋ ਜਿਨ੍ਹਾਂ ਨੂੰ ਗਲਤ ਸੀਗੇ, ਜੋ ਕਿਸਾਨ ਉਹਦੇ ਨਾਲ ਸਹਿਮਤ ਨਹੀਂ ਸੀ। ਠੀਕ ਹੈ, ਅਫਸੋਸ ਸਿਰਫ ਇਸ ਗੱਲ ਦੀ ਹੈ ਕਿ 1 ਸਾਲ ਲੱਗਿਆ ਸਾਨੂੰ, ਤੇ ਕਿਸਾਨਾਂ ਨੇ 1 ਸਾਲ ਵਾਸਤੇ ਬਹੁਤ ਕਸ਼ਟ ਦਾ ਸਾਹਮਣਾ ਕਰਨਾ ਪਿਆ। ਪਰ ਤੁਸੀਂ ਇਹ ਦੇਖ ਲਓ ਕਿ ਹਮਦਰਦੀ ਪ੍ਰਾਈਮ ਮਿਨਿਸਟਰ ਸਾਹਿਬ ਦੀ ਕਿੰਨੀ ਹੈ ਕਿ ਉਹਨਾਂ ਨੇ ਕੱਲੇ ਕਾਨੂੰਨ ਵਾਪਸ ਹੀ ਨਹੀਂ ਲਿੱਤੇ, ਉਹਨਾਂ ਨੇ ਮਾਫੀ ਵੀ ਮੰਗੀ ਹੈ। ਤਾਂ ਆਈ ਥਿੰਕ ਇਸ ਗੱਲ ਨੂੰ ਉੱਥੇ ਸਾਨੂੰ ਛੱਡ ਦੇਣਾ ਚਾਹੀਦਾ। ਔਰ ਪਿੰਡਾਂ ਦੇ ਵਿੱਚ ਵੀ ਲੋਕ ਇਸ ਗੱਲ ਨੂੰ ਸਮਝ ਗਏ ਆ। ਜਿੰਨਾ ਇਸ ਗੱਲ ਦੇ ਨਾਲ ਅਰਵਿੰਦ ਖੰਨਾ ਕਨਵਿੰਸਡ ਨੇ, ਕੀ ਤੁਹਾਨੂੰ ਲੱਗਦਾ ਕਿ ਪੰਜਾਬ ਦੇ ਪਿੰਡੂ ਖੇਤਰ ਦੇ ਲੋਕ ਖਾਸ ਤੌਰ ਤੇ ਇੰਨੇ ਕਨਵਿੰਸ ਹੈਗੇ ਆ ਕਿ ਠੀਕ ਹੈ ਬੀਜੇਪੀ ਨੇ ਕਾਨੂੰਨ ਵਾਪਸ ਲੈ ਲਏ, ਪੀਐਮ ਨੇ ਮਾਫੀ ਮੰਗ ਲਈ, ਦੈਟਸ ਇਟ, ਕਿੱਸਾ ਖਤਮ? ਦੈਟਸ ਇਟ ਨਹੀਂ ਹੈ, ਕਿੱਸਾ ਇੱਥੇ ਖਤਮ ਨਹੀਂ ਹੁੰਦਾ। ਸਾਨੂੰ ਮਿਹਨਤ ਕਰਨ ਦੀ ਲੋੜ ਹੈ, ਪ੍ਰਚਾਰ ਕਰਨ ਦੀ ਲੋੜ ਹੈ। ਜੇ ਸਾਡੇ ਕੋਲ ਹੋਰ ਸਮੇਂ ਹੁੰਦਾ ਤਾਂ ਹੋਰ ਵੀ ਆਸਾਨ ਹੁੰਦਾ। ਬਟ ਚਲੋ, ਅਬ ਜੋ ਵੀ ਹੈ ਸਿਚੁਏਸ਼ਨ, ਮੈਨੂੰ ਨਹੀਂ ਲੱਗਦਾ ਕਿ ਆਪਾਂ ਕਿਸਾਨਾਂ ਨੂੰ ਕਨਵਿੰਸ ਨਹੀਂ ਕਰ ਸਕਦੇ। ਔਰ ਉਹਨਾਂ ਨੂੰ ਵੀ ਪਤਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਾਨੂੰਨ ਦੁਬਾਰਾ ਸੈਂਟਰ ਸਰਕਾਰ ਨਾਲ ਬਹਿ ਕੇ ਇਹ ਜੋ ਕਾਨੂੰਨ ਨਵੇਂ ਬਣेंगे ਇਹ ਤਾਂ ਸੈਂਟਰ ਸਰਕਾਰ ਨਾਲ ਬਹਿ ਕੇ ਬਣ ਸਕਦੇ। ਤੇ ਪ੍ਰਾਈਮ ਮਿਨਿਸਟਰ ਸਾਹਿਬ ਨੇ ਵੀ ਇਹ ਕਿਹਾ ਉਹਨਾਂ ਨੂੰ, ਕਿਸਾਨ ਜਥੇਬੰਦੀਆਂ ਨੂੰ, ਕਿ ਆਪਾਂ ਤੁਹਾਡੇ ਨਾਲ ਬੈਠਾਂਗੇ ਔਰ ਜਿਸ ਤਰੀਕੇ ਦੀ ਨੀਤੀਆਂ ਤੁਸੀਂ ਚਾਹੁੰਦੇ ਉਸ ਤਰੀਕੇ ਦੀ ਨੀਤੀਆਂ ਆਪਾਂ ਅਪਣਾਉਣ ਦੀ ਕੋਸ਼ਿਸ਼ ਕਰਾਂਗੇ। ਪੰਜਾਬ ਦੇ ਵਿੱਚੋਂ ਅਰਵਿੰਦ ਖੰਨਾ ਵਰਗੇ ਲੀਡਰ ਜਿਹੜੇ ਉਹ ਕੜੀ ਬਣ ਸਕਦੇ ਨੇ, ਕੱਲ੍ਹ ਨੂੰ ਕਾਨੂੰਨ ਬਣਦੇ ਤੇ ਇੱਕ ਕਾਮਨ ਮਿਨੀਮਮ ਪ੍ਰੋਗਰਾਮ ਦੇ ਉੱਤੇ ਗੱਲ ਬੈਠ ਸਕੇ, ਇਹਦੇ ਵਿੱਚ ਕੜੀ ਬਣ ਸਕਦੇ ਨੇ, ਇਹ ਕਹਿ ਸਕਦੇ ਅਸੀਂ? ਕਹਿ ਸਕਦੇ ਜ਼ਰੂਰ। ਦੇਖੋ, ਬੀਜੇਪੀ ਪੰਜਾਬ ਦੇ ਵਿੱਚ ਪਹਿਲੀ ਵਾਰ ਆਪਣੇ ਇੰਨੇ ਜ਼ਿਆਦਾ ਉਮੀਦਵਾਰ ਉਤਾਰ ਰਹੀ ਹੈ ਔਰ ਮੈਨੂੰ ਯਕੀਨ ਹੈ ਕਿ ਅਗਲੀ ਵਾਰ ਹੋਰ ਵੀ ਉਤਾਰਾਂਗੇ ਆਪਾਂ। ਸਾਨੂੰ ਕੈਪਟਨ ਸਾਹਿਬ ਦੀ ਪਾਰਟੀ ਤੇ ਢੀਂਡਸਾ ਸਾਹਿਬ ਦੀ ਪਾਰਟੀ ਨਾਲ ਸਹਿਯੋਗ ਵਿੱਚ ਆਪਾਂ ਇਲੈਕਸ਼ਨ ਲੜ ਰਹੇ। ਐਂਡ
ਮੈਨੂੰ ਲੱਗਦਾ ਰਿਸਪੌਂਸ ਠੀਕ ਹੈ ਐਂਡ ਕੰਮ ਚੱਲੂਗਾ। ਤੁਸੀਂ ਕੈਪਟਨ ਸਾਹਿਬ ਦਾ ਨਾਮ ਲਿਆ, ਕਿਸੇ ਸਮੇਂ ਤੋਂ ਸਭ ਤੋਂ ਨਜ਼ਦੀਕੀ ਬੰਦੇ ਕੈਪਟਨ ਅਮਰਿੰਦਰ ਸਿੰਘ ਦੇ ਅਰਵਿੰਦ ਖੰਨਾ, ਮੈਨੂੰ ਪਤਾ ਪ੍ਰਿੰਟ ਮੀਡੀਆ 'ਚ ਇਹ ਲਿਖਿਆ ਜਾਂਦਾ ਸੀ ਕੈਪਟਨ ਦੇ ਬਲੂ ਆਈਡ ਬॉय ਅਰਵਿੰਦ ਖੰਨਾ। ਹੁਣ ਜੋ ਕੁਝ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਐਪੀਸੋਡ ਹੋਇਆ ਕਿ ਕੈਪਟਨ ਅਮਰਿੰਦਰ ਸਿੰਘ ਪਰਦੇ ਦੇ ਪਿੱਛੇ ਬਾਦਲਾਂ ਦੇ ਨਾਲ ਸਾਂਝ ਸੀਗੀ, ਉਸ ਲਈ ਕੈਪਟਨ ਨੂੰ ਸੱਤਾ ਤੋਂ ਪਰੇ ਕਰ ਦਿਓ, ਉਹ ਚੀਜ਼ ਜਿਹੜਾ ਐਪੀਸੋਡ ਹੋਇਆ ਕੈਪਟਨ ਨੂੰ ਹਟਾਣਾ, ਚਰਨਜੀਤ ਚੰਨੀ ਦਾ ਸੀਐਮ ਬਣਨਾ, ਨਵਜੋਤ ਸਿੰਘ ਸਿੱਧੂ ਦਾ ਪ੍ਰਧਾਨ ਬਣਨਾ, ਅਰਵਿੰਦ ਖੰਨਾ ਦੂਰ ਬੈਠ ਕੇ ਜਦੋਂ ਦੇਖ ਰਹੇ ਸੀ ਤੇ ਕੀ ਸੋਚ ਰਹੇ ਸੀ, ਕੀ ਆਬਜ਼ਰਵ ਕਰ ਰਹੇ ਸੀ? ਦੇਖੋ 2012 ਦੇ ਵਿੱਚ ਇਹਨਾਂ ਨੇ ਕੈਪਟਨ ਸਾਹਿਬ ਨੂੰ ਹਿਊਮਿਲੀਏਟ ਕੀਤਾ ਸੀ ਪਾਰਟੀ ਨੇ। ਉਹਦੇ ਬਾਅਦ ਸਾਰੇ ਜੋ ਕੈਪਟਨ ਸਾਹਿਬ ਦੇ ਨੇੜੇ ਸੀਗੇ ਬੰਦੇ ਉਹਨਾਂ ਨੂੰ ਸਾਈਡਲਾਈਨ ਕੀਤਾ ਔਰ ਹਿਊਮਿਲੀਏਟ ਕੀਤਾ। ਕੌਣ ਸਾਰੀ ਪਾਰਟੀ ਕੌਣ ਹਿਊਮਿਲੀਏਟ ਕਰ ਰਿਹਾ ਸੀ? ਸੈਂਟਰਲ ਲੀਡਰਸ਼ਿਪ। ਦੇਖੋ ਪੰਜਾਬ ਦੇ ਕਾਂਗਰਸ ਦੇ ਵਿੱਚ ਮੇਰੇ ਸਾਰੇ ਦੋਸਤ ਹੈ, ਉਹਨਾਂ ਸਾਰਿਆਂ ਨੂੰ ਪਤਾ ਹੈ, ਤੁਸੀਂ ਪੁੱਛ ਲਓ ਸਾਰਿਆਂ ਨੂੰ, ਸਾਰਿਆਂ ਨੂੰ ਪਤਾ ਹੈ ਕਿ ਮੈਂ ਕੈਪਟਨ ਸਾਹਿਬ ਨਾਲ ਲੱਗ ਕੇ ਮੈਂ ਤਾਂ ਕਾਂਗਰਸ ਦਾ ਭਲਾ ਹੀ ਕੀਤਾ। ਚਲੋ ਹਾਰ ਜਿੱਤ ਸਾਡੇ ਹੱਥ 'ਚ ਹੁੰਦੀ ਨਹੀਂ ਹੈ। ਸੈਂਟਰਲ ਲੀਡਰਸ਼ਿਪ ਇੰਨੀ ਦੂਰ ਬਹਿ ਕੇ ਇੱਕ ਡਿਸੀਜਨ ਬਣਾਉਂਦੀ, ਉਹਨਾਂ ਨੂੰ ਪੰਜਾਬ ਦੀ ਰਿਐਲਿਟੀ ਨਹੀਂ ਪਤਾ। ਇਸ ਕਰਕੇ ਮੈਂ ਉਹਨਾਂ ਤੋਂ ਜੋ ਮੈਨੂੰ ਟ੍ਰੀਟਮੈਂਟ ਮਿਲੀ, ਮੈਂ ਕਿਹਾ ਭਾਰਤੀ ਜਨਤਾ ਪਾਰਟੀ ਮੈਂ ਕੋਈ ਨੌਕਰੀ ਕਰ ਰਿਹਾ ਇਹਨਾਂ ਦੀ, ਇਹ ਕੋਈ ਤਨਖਾਹ ਦੇ ਰਹੇ ਮੈਨੂੰ, ਮਾਨ ਸਤਿਕਾਰ ਦੇ ਸਾਰੇ ਬੰਦੇ ਇਨਸਾਨ ਭੁੱਖਾ ਹੁੰਦਾ ਐਂਡ ਮੈਂ ਕਿਹਾ ਛੱਡੋ। ਉਸ ਟਾਈਮ ਤੇ ਬਾਦਲ ਸਾਹਿਬ ਨੇ, ਸੁਖਬੀਰ ਜੀ ਨੇ ਮੈਨੂੰ ਆਫਰ ਕੀਤਾ ਸੀ ਕਿ ਜਿਮਨੀ ਚੋਣ ਤੂੰ ਮੇਰੇ ਟਿਕਟ ਤੇ ਲੜ ਲੈ, ਤੈਨੂੰ ਮੰਤਰੀ ਸੁਖਬੀਰ ਬਾਦਲ ਹੋਣਾ ਨੇ। ਸੁਖਬੀਰ ਬਾਦਲ ਦੀ ਤਾਂ ਤੁਹਾਡੀ ਦੋਸਤੀ ਵੀ ਬੜੀ ਮਸ਼ਹੂਰ ਰਹੀ ਹੈ। ਬਹੁਤ ਦੋਸਤੀ ਹੈ, ਪਰ ਤੁਸੀਂ ਇਹ ਦੱਸੋ ਕੱਲੇ ਦੋਸਤੀ ਹੈ, ਮੈਂ ਕੋਈ ਬੈਨੀਫਿਟ ਲਿੱਤਾ ਹੈ, ਮੈਂ ਕੋਈ ਮੰਤਰੀ ਬਣਿਆ, ਮੈਂ ਕੋਈ ਚੇਅਰਮੈਨ ਨਹੀਂ ਲਿੱਤੀ, ਮੈਂ ਕੋਈ ਇੱਥੇ ਇੰਡਸਟਰੀ ਲਾਈ ਹੈ, ਮੈਂ ਕੋਈ ਫੈਕਟਰੀ ਲਿੱਤੀ ਹੈ, ਮੈਂ ਕੋਈ ਰੇਤੇ ਦੇ ਠੇਕੇ ਜ਼ੀਰੋ। ਅਰਵਿੰਦ ਖੰਨਾ ਦਾ ਹੈ ਪੰਜਾਬ ਦੇ ਵਿੱਚ ਇੱਕ ਹੀ ਇੰਟਰਸਟ ਸੀ, ਪੰਜਾਬ ਦਾ ਭਲਾ। ਖੰਨਾ ਸਾਹਿਬ, ਉਸ ਸਮੇਂ ਜਦੋਂ ਤੁਸੀਂ ਕਹਿ ਰਹੇ ਹੋ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਪਾਰਟੀ ਹਾਈ ਕਮਾਂਡ ਨੇ ਹਿਊਮਿਲੀਏਟ ਕੀਤਾ, ਤੁਹਾਨੂੰ ਕੀਤਾ, ਉਸ ਸਮੇਂ ਇੱਕ ਚਰਚਾਵਾਂ ਖਬਰਾਂ ਇਸ ਤਰ੍ਹਾਂ ਦੀਆਂ ਵੀ ਲੱਗਦੀਆਂ ਰਹੀਆਂ ਕਿ ਅਰਵਿੰਦ ਖੰਨਾ ਦਾ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਬਣਦੀ ਨਹੀਂ ਹੈ, ਇਹ ਵੀ ਇੱਕ ਰੀਜ਼ਨ ਹੈਗਾ। ਤੁਸੀਂ ਉਸ ਸਮੇਂ ਇੱਕ ਤੁਹਾਡਾ ਰੈਜ਼ਿਗਨੇਸ਼ਨ ਛਪਿਆ ਸੀਗਾ ਸਾਰੇ ਪ੍ਰਿੰਟ ਮੀਡੀਆ 'ਚ। ਬਾਜਵਾ ਸਾਹਿਬ ਨੇ ਜਬ ਬਾਜਵਾ ਸਾਹਿਬ ਪ੍ਰਧਾਨ ਉਹ ਕੀ ਸੀਗਾ ਐਪੀਸੋਡ ਦੱਸਿਓ। ਕੋਈ ਨਹੀਂ, ਮੇਰਾ ਤਾਂ ਬਾਜਵਾ ਸਾਹਿਬ ਨਾਲ ਪੁਰਾਣੀ ਦੋਸਤੀ ਹੈ ਈਵਨ ਬਿਫੋਰ ਪੋਲਿਟਿਕਸ। ਪਰ ਬਾਜਵਾ ਸਾਹਿਬ ਨੇ ਜਬ ਪ੍ਰਧਾਨ ਬਣੇ ਸੀ, ਉਹਨੇ ਮੈਨੂੰ ਕਿਹਾ ਕਿ ਯਾਰ ਮੈਂ ਤੈਨੂੰ ਆਪਣੇ ਨਾਲ ਰੱਖਣਾ ਚਾਹੁੰਦਾ ਹਾਂ, ਉਸੇ ਰੋਲ ਤੂੰ ਅਦਾ ਕਰ ਜੋ ਤੂੰ ਕੈਪਟਨ ਸਾਹਿਬ ਨਾਲ ਕਰ ਰਿਹਾ ਸੀ। ਮੈਂ ਕਿਹਾ ਬਿਲਕੁਲ ਨਹੀਂ ਮੈਂ ਕਰ ਸਕਦਾ। ਮੈਂ ਕਿਹਾ ਇੱਕ ਤਾਂ ਮੈਂ ਥੱਕ ਵੀ ਗਿਆ, ਦੂਜਾ ਜੋ ਮੇਰਾ ਰਿਲੇਸ਼ਨਸ਼ਿਪ ਕੈਪਟਨ ਸਾਹਿਬ ਨਾਲ ਹੈ ਉਹ ਕੈਪਟਨ ਸਾਹਿਬ ਨਾਲ ਹੈ, ਇਟਸ ਅ ਸਪੈਸ਼ਲ ਰਿਲੇਸ਼ਨਸ਼ਿਪ, ਉਹ ਮੈਂ ਨਹੀਂ ਕਰ ਸਕਦਾ। ਮੈਨੂੰ ਥੋੜਾ ਜਿਹਾ ਵਕਤ, ਕਿਉਂਕਿ ਕੈਪਟਨ ਬਾਜਵਾ ਦੀ ਬਣਦੀ ਨਹੀਂ ਸੀ, ਇਹ ਕਲੀਅਰ ਸੀ। ਜੇ ਵੀਰ ਜੀ ਕੈਪਟਨ ਸਾਹਿਬ ਨੇ ਮੈਨੂੰ ਕਦੀ ਨਹੀਂ ਰੋਕਿਆ, ਜਿਨ੍ਹਾਂ ਦੇ ਨਾਲ ਕੈਪਟਨ ਸਾਹਿਬ ਦੀ ਨਹੀਂ ਬਣਦੀ ਸੀ, ਕੈਪਟਨ ਸਾਹਿਬ ਨੇ ਮੈਨੂੰ ਕਦੀ ਨਹੀਂ ਕਿਹਾ ਕਿ ਉਹਦੇ ਨਾਲ ਤੁਸੀਂ ਨਾ ਬੈਠੋ, ਕਦੀ ਨਹੀਂ। ਮੈਂ ਜੋ ਕੈਪਟਨ ਸਾਹਿਬ ਦੇ ਵਿਰੋਧੀ ਸੀ, ਮੇਰੀ ਉਹਨਾਂ ਦੇ ਨਾਲ ਬਹੁਤ ਵਧੀਆ ਸੀ, ਕਿਉਂਕਿ ਮੈਨੂੰ ਇਹ ਵੀ ਪੋਲੀਟੀਕਲ ਰੀਜ਼ਨ ਵੀ ਸੀ ਉਹਦਾ ਕਿ ਕੱਲ ਜੇ ਕੈਪਟਨ ਸਾਹਿਬ ਨੂੰ ਲੋੜ ਪੈਂਦੀ ਹੁਣ ਬੰਦੇ ਦੀ ਤੇ ਐਟਲੀਸਟ ਮੇਰਾ ਚੈਨਲ ਤਾਂ ਖੁੱਲਿਆ, ਤੇ ਇਸ ਕਰਕੇ ਮੈਂ ਤਾਂ ਸਾਰਿਆਂ ਨਾਲ ਬਣਾ ਕੇ ਰੱਖੀ। ਔਰ ਚਲੋ ਹੁਣ ਸਾਰੇ ਬਾਅਦ ਦੇ ਵਿੱਚ ਜਦ ਮੈਂ ਅਸਤੀਫਾ ਦਿੱਤਾ, ਉਹਦੇ ਬਾਅਦ ਸਾਰੇ ਆ ਕੇ ਜਿਨ੍ਹਾਂ ਨੇ ਮੇਰੇ ਖਿਲਾਫ ਵੀ ਦਿੱਲੀ ਜਾ ਕੇ ਬੋਲੇ, ਉਹ ਸਾਰਿਆਂ ਨੇ ਮਾਫੀ ਮੰਗੀ ਮੇਰੇ ਤੋਂ। ਪਰ ਚਲੋ ਹੁਣ ਉਹ ਗੱਲ ਰਹੇਗੀ, ਮੈਂ ਜਦ ਜਿਸ ਤਰੀਕੇ ਨਾਲ ਹੁਣ ਵੀ ਇਹਨਾਂ ਨੇ ਕੈਪਟਨ ਸਾਹਿਬ ਨੂੰ ਟ੍ਰੀਟ ਕੀਤਾ, ਹੈ ਕੋਈ ਸੀਨੀਅਰ ਲੀਡਰਸ਼ਿਪ ਨੂੰ ਐਸੇ ਟ੍ਰੀਟ ਕਰਦਾ? ਮੈਂ ਇਹੀ ਪੁੱਛਣ ਲੱਗਾ ਸੀ 2012 ਤੋਂ ਬਾਅਦ 2021 ਦੇ ਵਿੱਚ ਜਦੋਂ ਤੁਸੀਂ ਆ ਜਾਂਦੇ ਹੋ, ਜਦੋਂ ਕੈਪਟਨ ਅਮਰਿੰਦਰ ਸਿੰਘ ਹਟਾਏ ਗਏ, ਅਰਵਿੰਦ ਖੰਨਾ ਬਾਹਰੋਂ ਬੈਠ ਕੇ ਦੇਖ ਰਿਹਾ, ਚਾਹੇ ਬੀਜੇਪੀ ਦੇ ਖੇਮੇ ਦੇ ਵਿੱਚ ਬੈਠੇ ਸੀਗੇ, ਕੀ ਸੋਚ ਰਹੇ ਸੀ ਇਸ ਸਮੇਂ? ਇਹਨਾਂ ਨੇ ਇੱਕ ਸਾਜ਼ਿਸ਼ ਰਚਾਈ ਹੈ। ਅੱਜ ਮੈਂ ਗਾਰੰਟੀ ਨਾਲ ਕਹਿ ਸਕਦਾ ਕਾਂਗਰਸ ਪਾਰਟੀ ਰਿਗਰੈਟ ਕਰਦੀ ਹੈ ਕਿ ਉਹਨਾਂ ਨੇ ਕੈਪਟਨ ਸਾਹਿਬ ਨੂੰ ਹਟਾਉਣ ਦੀ ਜੋ ਇਹਨਾਂ ਨੇ ਕੀਤਾ। ਇਹਦੇ ਨਾਲ 6 ਦੜੇ ਬਣ ਗਏ ਕਾਂਗਰਸ ਪਾਰਟੀ ਦੇ ਵਿੱਚ, ਹਰੇਕ ਬੰਦਾ ਖਿੱਚੀ ਜਾਂਦਾ ਇੱਕ ਦੂਜੇ ਨੂੰ। ਇਹ ਕੋਈ ਗੱਲ ਹੈ? ਜਾਖੜ ਸਾਹਿਬ ਵਿਚਾਰੇ ਉਹਨੂੰ ਕਹਿੰਦਾ ਕਿ ਜੇ ਹਿੰਦੂ ਸਾਨੂੰ ਸਵੀਕਾਰ ਹੀ ਨਹੀਂ ਹੈ, ਪੰਜਾਬ ਦੇ ਲੋਕ ਹਿੰਦੂ ਨੂੰ ਐਕਸੈਪਟ ਹੀ ਨਹੀਂ ਕਰਾਂਗੇ। ਇਹ ਹਾਲ ਹੈ ਸਾਡਾ। ਸਾਰੇ ਸ਼ਹਿਰਾਂ ਦੇ ਵਿੱਚ ਜੋ ਆਪਾਂ ਹਿੰਦੂ ਰਹਿੰਦੇ ਆ, ਸਾਡੀ ਕੋਈ ਵਕਤ ਨਹੀਂ ਹੈ, ਸਾਡੀ ਕੋਈ ਵੈਲਿਊ ਨਹੀਂ ਸੋਚਦੀ ਕਾਂਗਰਸ ਪਾਰਟੀ। ਦਿਸ ਇਜ਼ ਰਿਐਲਿਟੀ ਹੈ। ਤੁਹਾਨੂੰ ਲੱਗਦਾ ਕਾਂਗਰਸ ਨੂੰ ਰਿਗਰੈਟ ਹੈ ਪਾਰਟੀ ਹਾਈ ਕਮਾਂਡ ਨੂੰ? ਮੈਨੂੰ ਰਿਗਰੈਟ ਹੈ ਐਜ਼ ਅ ਹਿੰਦੂ ਕਿ ਮੈਂ ਕਾਂਗਰਸ ਪਾਰਟੀ ਦੇ ਵਿੱਚ ਨਾ ਕੰਮ ਕੀਤਾ ਤੇ ਇਹਨਾਂ ਨੇ ਹਿੰਦੂਆਂ ਨੂੰ ਅਪਰੀਸ਼ੀਏਟ ਹੀ ਨਹੀਂ ਕੀਤਾ। ਮੈਨੂੰ ਰਿਗਰੈਟ ਹੈ। ਮੈਨੂੰ ਨਹੀਂ ਪਤਾ ਬਾਕੀ ਕਾਂਗਰਸੀ ਕੀ ਸੋਚਦੇ ਆ, ਪਰ ਐਜ਼ ਅ ਹਿੰਦੂ ਮੈਨੂੰ ਰਿਗਰੈਟ ਹੈ ਕਿ ਮੈਂ ਇਸ ਪਾਰਟੀ ਦੇ ਵਿੱਚ ਸੇਵਾ ਕੀਤੀ ਹੈ, ਕਿਉਂਕਿ ਇਹ ਤਾਂ ਪਰ ਹੁਣ ਕਾਂਗਰਸ ਦੇ ਬਾਰੇ ਤੇ ਹੈ ਨਾ ਕਿ ਇਸ ਇਲੈਕਸ਼ਨ ਦੇ ਵਿੱਚ ਕਾਂਗਰਸ ਇੱਕ ਕਲੈਕਟਿਵ ਲੀਡਰਸ਼ਿਪ ਦੇ ਵਿੱਚ ਜਾ ਰਹੀ ਹੈ। ਇੱਕ ਹਿੰਦੂ ਲੀਡਰ ਸੁਨੀਲ ਜਾਖੜ, ਇੱਕ ਜੱਟ ਔਰ ਇੱਕ ਦਲਿਤ ਲੀਡਰ। ਤੁਸੀਂ ਕਿਸੇ ਨੂੰ ਪੁੱਛ ਲਓ ਕੌਣ ਖੁਸ਼ ਹੈ? ਨਾ ਬਾਜਵਾ ਖੁਸ਼ ਹੈ, ਨਾ ਨਵਜੋਤ ਖੁਸ਼ ਹੈ, ਨਾ ਚੰਨੀ ਖੁਸ਼ ਹੈ, ਨਾ ਜਾਖੜ ਸਾਹਿਬ ਤਾਂ ਬਹੁਤ ਹੀ ਅਨਖੁਸ਼ ਹੈ। ਉਹ ਤਾਂ ਲੜਦੇ ਹੀ ਵੀ ਨਹੀਂ ਇਲੈਕਸ਼ਨ, ਉਹਨਾਂ ਨੇ ਤਾਂ ਆਪਣੇ ਨੈਫਿਊ ਨੂੰ ਦਿੱਤੀ ਹੈ ਟਿਕਟ। ਚਰਨਜੀਤ ਸਿੰਘ ਚੰਨੀ
ਤੇ ਨਵਜੋਤ ਸਿੰਘ ਸਿੱਧੂ ਇੱਕ ਜੋੜੀ ਕਿਹਾ ਜਾ ਰਿਹਾ ਕਿ ਇੱਕ ਚੰਗੀ ਜੋੜੀ ਹੈ। ਤੁਸੀਂ ਇਹਨਾਂ ਦੀ ਵਰਕਿੰਗ ਨੂੰ ਦੇਖਿਆ ਕਿਵੇਂ? 111 ਦਿਨਾਂ ਦੀ ਚਰਨਜੀਤ ਚੰਨੀ ਦੀ ਕੈਪਟਨਸ਼ਿਪ ਤੇ ਨਵਜੋਤ ਸਿੰਘ ਸਿੱਧੂ ਦੀ ਇੱਕ ਪ੍ਰੈਜ਼ੀਡੈਂਟਸ਼ਿਪ। ਮੈਨੂੰ ਇਹ ਗੱਲ ਦੱਸੋ, ਜਿਸ ਮੁੱਦਿਆਂ ਤੇ ਇਹਨਾਂ ਨੇ ਕੈਪਟਨ ਸਾਹਿਬ ਨੂੰ ਹਟਾਇਆ 101 ਦਿਨਾਂ 'ਚ ਕੁਝ हुआ? ਇਹ ਵੀ ਜੋ ਨਾਟਕ ਚੱਲ ਰਿਹਾ ਹੈ ਮਜੀਠੀਆ ਦੇ ਖਿਲਾਫ, ਇਹ ਤਾਂ ਕੁਝ ਵੀ ਨਹੀਂ ਹੈ। ਜੇ ਅਰੈਸਟ ਕਰਨਾ ਚਾਹੁੰਦੇ ਸੀ ਕਿ ਅਰੈਸਟ ਕਰ ਸਕਦੀ ਸੀ। ਨਾਓ ਹੀ ਗॉट ਪ੍ਰੋਟੈਕਸ਼ਨ ਅਗੇਨ। ਗੱਲ ਇਹ ਨਹੀਂ ਹੈ ਕਿ ਜਿਸ ਮੁੱਦਿਆਂ ਤੇ ਇਹਨਾਂ ਨੇ ਕੈਪਟਨ ਸਾਹਿਬ ਨੂੰ ਜਾਂ ਕੈਪਟਨ ਸਾਹਿਬ ਨੂੰ ਇਹ ਕਹਿੰਦੇ ਸੀ ਕਿ ਕੈਪਟਨ ਸਾਹਿਬ ਮਿਲੇ ਹੈ, ਜੋ ਵੀ ਹੈ, ਤੁਸੀਂ ਕੀ ਕੀਤਾ? 101 ਦਿਨ ਸੀਗੇ ਤੁਹਾਡੇ ਕੋਲ, ਜੋ ਵੀ ਵਾਅਦੇ, ਹੁਣ ਕਿਸਾਨਾਂ ਦੀ ਗੱਲ ਕਰਦੇ ਤੁਸੀਂ ਕਰਦੇ ਹੋ। ਕਿਸਾਨਾਂ ਨਾਲ ਚੰਨੀ ਸਾਹਿਬ ਨੇ ਮੀਟਿੰਗ ਕੀਤੀ ਸੀ, 2 ਮਹੀਨੇ ਹੋ ਗਏ ਉਸ ਮੀਟਿੰਗ ਨੂੰ। ਕਿਸਾਨ ਆਪ ਕਹਿੰਦੇ ਕਿ ਇੱਕ ਵੀ ਗੱਲ ਜੋ ਉਸ ਮੀਟਿੰਗ 'ਚ ਹੋਈ ਹੈ ਉਹ ਗੱਲ ਸਿਰੇ ਨਹੀਂ ਚੜੀ। ਤੇ ਫਿਰ ਉਹਨਾਂ ਨੇ ਕੀ ਪ੍ਰੋਮਿਸ ਕਰਤੇ? ਅੱਛਾ ਜੀ, ਰਿਐਲਿਟੀ ਇਹ ਹੈ ਕਿ ਪੰਜਾਬ ਦੀ ਸਰਕਾਰ ਬੈਂਕਰਪਟ ਹੈ। ਕਾਂਗਰਸ ਪਾਰਟੀ ਆਈਡੀਆਜ਼ ਤੋਂ ਬੈਂਕਰਪਟ ਹੈ, ਅਕਾਲੀ ਦਲ ਬੈਂਕਰਪਟ ਹੈ, ਇਹਨਾਂ ਦੇ ਸਰਕਾਰੀ ਖਜ਼ਾਨੇ ਵੀ ਬੈਂਕਰਪਟ ਹੈ। ਇਸ ਸੂਬੇ ਨੂੰ ਕੱਲੇ ਭਾਰਤੀ ਜਨਤਾ ਪਾਰਟੀ ਬਚਾ ਸਕਦੀ ਹੈ। ਔਰ ਮੈਂ ਕਹਿੰਦਾ ਕਿਉਂ ਬਚਾ ਸਕਦੀ ਹੈ? ਕਿਉਂਕਿ ਜੋ ਸੈਂਟਰ ਸਰਕਾਰ ਹੈ, ਕੇਂਦਰੀ ਸਰਕਾਰ ਹੈ, ਖਜ਼ਾਨੇ ਤਾਂ ਉਹਨਾਂ ਦੇ ਕੋਲ ਹੈ। ਇਹ ਪੰਜਾਬ ਦੇ ਵਿੱਚ ਜੇ ਆਪਾਂ ਜੋ ਕਰਜ਼ਾ ਸਾਡੇ ਤੇ, ਜੇ ਆਪਾਂ ਉਹ ਕਰਜ਼ਾ ਮਾਫ ਕਰਾਣਾ ਹੈ, ਕੱਲੇ ਸੈਂਟਰ ਸਰਕਾਰ ਕਰ ਸਕਦੀ ਹੈ। ਜੇ ਉਹਨਾਂ ਦੇ ਕਿਸ਼ਤਾਂ ਆਪਾਂ ਡਿਲੇ ਕਰਾਣੀ ਹੈ, ਕੱਲੇ ਸੈਂਟਰ ਸਰਕਾਰ ਕਰ ਸਕਦੀ ਹੈ। ਉਸ ਤੋਂ ਬਿਨਾ ਸੈਂਟਰ ਸਰਕਾਰ ਦੀ ਮੌਜੂਦਗੀ ਤੋਂ ਬਿਨਾ ਕੁਝ ਨਹੀਂ ਹੋ ਸਕਦਾ। ਨੰਬਰ 2, ਆਪਾਂ ਪੰਜਾਬ ਦੇ ਵਿੱਚ ਨਸ਼ਾ ਦੀ ਗੱਲ ਕਰਦੇ ਹਾਂ। ਬਿਲਕੁਲ, ਨਸ਼ਾ ਇਜ਼ ਨਾਟ ਦੀ ਇਸ਼ੂ, ਇੰਪਲੋਇਮੈਂਟ ਇਜ਼ ਦੀ ਇਸ਼ੂ। ਬਿਲਕੁਲ, ਜੇ ਤੁਸੀਂ ਨੌਜਵਾਨਾਂ ਨੂੰ ਰੋਜ਼ਗਾਰੀ ਦੋਗੇ ਤਾਂ ਨੌਜਵਾਨ ਇੱਕ ਉਹਨਾਂ ਦਾ ਚੈਨਲਾਈਜ਼ ਹੋ ਜਾਊਗਾ। ਇਹਦਾ ਇਲਜ਼ਾਮ ਵੀ ਕੈਪਟਨ ਸਾਹਿਬ ਦੇ ਸਿਰ ਤੇ ਹੈਗਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਘਰ ਘਰ 'ਚ ਨੌਕਰੀ ਦੇਣੀ ਸੀ, ਨਹੀਂ ਦਿੱਤੀ। ਜਿਹੜੇ ਰਾਜਨੀਤਿਕ ਪਰਿਵਾਰ ਨੇ ਜਾਂ ਜਿਹੜੇ ਸਮਰਿੱਧ ਪਰਿਵਾਰ ਨੇ ਉਹਨਾਂ 'ਚ ਨੌਕਰੀਆਂ ਦਿੱਤੀਆਂ, ਕਿਸੇ ਨੂੰ ਨਹੀਂ ਨੌਕਰੀ ਮਿਲੀ। ਕਾਂਗਰਸ ਪਾਰਟੀ ਨੇ, ਕੈਪਟਨ ਸਾਹਿਬ ਦੇ ਵੀ ਰਾਜ ਮੈਂ ਐਗਰੀ ਕਰਦਾ, ਪਰ ਇਹਦਾ ਇੱਕ ਕਾਰਨ ਹੈ। ਪਿਛਲੇ 32 ਸਾਲ ਬਿਆਨ ਸਿੰਘ ਦੀ ਸਰਕਾਰ ਲੈ ਕੇ ਅੱਜ ਤੱਕ 32 ਸਾਲ ਹੋ ਗਏ ਹੈ। 32 ਸਾਲ ਦੇ ਵਿੱਚ ਪੰਜਾਬ ਦੇ ਵਿੱਚ ਕੋਈ ਨਵੀਂ ਇੰਡਸਟਰੀ ਪੈਦਾ ਨਹੀਂ ਹੋਈ, ਕਿਉਂਕਿ ਸੈਂਟਰ ਸਰਕਾਰ ਨਾਲ ਇਹਨਾਂ ਨੇ ਕਦੀ ਗੱਲ ਕੀਤੀ ਨਹੀਂ ਹੈ। ਦੇਖੋ, ਮੈਂ ਇੰਡਸਟਰੀਅਲਿਸਟ ਹਾਂ, ਮੇਰੀ ਫੈਕਟਰੀਆਂ ਲੱਗੀਆਂ ਇੰਡੀਆ ਦੇ ਵਿੱਚ, ਠੀਕ ਹੈ। ਮੈਂ ਪੰਜਾਬ ਇੱਕ ਲੈਂਡਲੌਕ ਸਟੇਟ ਹੈ, ਠੀਕ ਹੈ, ਲੈਂਡਲੌਕ ਸਟੇਟ ਬਿਲਕੁਲ ਕੋਨੇ 'ਚ ਹੈ। ਪੰਜਾਬ ਦੇ ਵਿੱਚ ਇੰਡਸਟਰੀ ਲਾਉਣ ਵਾਸਤੇ ਸਾਨੂੰ ਸੈਂਟਰ ਸਰਕਾਰ ਦੀ ਮਦਦ ਚਾਹੀਦੀ ਹੈ। ਜਾਂ ਤੇ ਸੈਂਟਰ ਸਰਕਾਰ ਉਹਨਾਂ ਇੰਡਸਟਰੀਅਲਿਸਟ ਨੂੰ ਕਹਿਣਗੇ ਕਿ ਜੀ ਤੁਸੀਂ ਪੰਜਾਬ 'ਚ ਇੰਡਸਟਰੀ ਲਾਓ ਤੇ ਆਪਾਂ ਤੁਹਾਨੂੰ ਟੈਕਸ ਰੀਬੇਟ ਦੇਵਾਂਗੇ, ਜਾਂ ਆਪਾਂ ਤੁਹਾਨੂੰ ਕੀ ਕਹਿੰਦੇ ट्रांसपोर्टेशन रिबेट देंगे। कहीं ना कहीं सेंटर सरकार की इन्वॉल्वमेंट बहुत ही जरूरी है। इन लोगों ने बिल्कुल नहीं सेंटर सरकार नाल कोई डिस्कशन किया एंड इस करके पंजाब ते इंडस्ट्री लगी नहीं है। खन्ना साहब, ये बड़ी इंटरेस्टिंग गल छेड़ी तुसी। मतलब ਤੁਹਾਡੇ ਵਰਗੇ ਵੱਡੇ ਇੰਡਸਟਰੀਲਿਸਟ ਵੀ ਜੇ ਪੰਜਾਬ ਦੇ ਵਿੱਚ ਇੰਡਸਟਰੀ ਨਹੀਂ ਲਾ ਰਹੇ ਜਾਂ ਹੋਰ ਕੋਈ ਲੋਕ ਵੀ ਨਾ ਰਹੇ, ਇਹਦਾ ਮਤਲਬ ਇਹ ਹੈ ਕਿ ਪੰਜਾਬ ਦੇ ਵਿੱਚ ਇੰਡਸਟਰੀ ਦੇ ਲਈ ਉਹਨਾਂ ਦੇ ਕੋਲ ਬਿਹਤਰ ਸਹੂਲਤਾਂ, ਈਜ਼ ਆਫ ਡੂਇੰਗ ਜਿਹਨੂੰ ਆਪਾਂ ਕਹਿੰਦੇ ਨੇ, ਉਹ ਨਹੀਂ ਹੈਗੀ। ਇਸ ਤੋਂ ਇਲਾਵਾ ਗੱਲ ਇਹ ਆ ਵੀ ਇਸ ਦੇ ਵਿੱਚ 32 ਸਾਲਾਂ ਦਾ ਤੁਸੀਂ ਜ਼ਿਕਰ ਕੀਤਾ, ਸਾਰੀਆਂ ਸਰਕਾਰਾਂ ਆ ਗਈਆਂ, ਅਕਾਲੀ ਬੀਜੇਪੀ ਵੀ ਆ ਗਈ, ਉਹਨਾਂ ਦੀ ਵੀ 10 ਸਾਲ ਦਾ ਰਾਜ ਇਹਦੇ ਚ ਨਿਕਲ ਗਿਆ। ਦਾ ਮਤਲਬ ਪੰਜਾਬ ਦੀ ਇੰਡਸਟਰੀ ਨੂੰ ਲੈ ਕੇ ਕੋਈ ਵੀ ਪਾਰਟੀ ਸੀਰੀਅਸ ਨਹੀਂ ਰਹੀ। ਪਰ ਨਹੀਂ, ਦੇਖੋ ਨਾ ਪ੍ਰੋਬਲਮ ਕੀ ਹੈ, ਅੱਜ ਬੀਜੇਪੀ ਆਪਣੇ ਪੈਰਾਂ ਤੇ ਖੜੇ ਹੋਣਾ ਚਾਹੁੰਦੀ ਹੈ। ਬੀਜੇਪੀ ਕਹਿੰਦੀ ਹੈ ਕਿ ਯਾਰ ਸਾਡੀ ਨੀਤੀਆਂ ਬਣਨਗੀ। ਜਦ ਪਿਛਲੀ 2 ਵਾਰ ਅਕਾਲੀ ਦਲ ਬੀਜੇਪੀ ਦੀ ਸਰਕਾਰ ਬਣੀ ਸੀ, ਬੀਜੇਪੀ ਤੋਂ 1/10 ਸੀਗਾ ਸਾਡੀ। ਤਾਂ ਮੈਨੂੰ ਪਤਾ ਹੈ ਕਿ ਉਹਨਾਂ ਦੀ ਕੋਈ ਵਿਚਾਰਿਆਂ ਦੀ ਸੁਣਵਾਈ ਨਹੀਂ ਹੁੰਦੀ ਸੀ। 1-2 ਮਹਿਕਮੇ ਦੇ ਕੇ ਸਾਨੂੰ ਸਾਈਡਲਾਈਨ ਕਰ ਦਿੱਤਾ ਸੀ, ਦੱਬੇ ਹੋਏ ਸੀ ਅਕਾਲੀਆਂ ਨੇ। ਸਾਰੇ ਪਾਲਿਸੀਜ਼ ਅਕਾਲੀ ਦਲ ਬਣਾਉਂਦੀ ਸੀ। ਅਕਾਲੀ ਦਲ ਕੱਲੇ ਰੂਰਲ ਇੰਡੀਆ ਤੋਂ ਬਾਹਰ ਰੂਰਲ ਪੰਜਾਬ ਤੋਂ ਬਾਹਰ ਦੇਖ ਨਹੀਂ ਸਕਦੀ। ਸ਼ਹਿਰਾਂ ਦਾ ਵਿਕਾਸ, ਸ਼ਹਿਰਾਂ ਦੇ ਜੋ ਲੋਕ ਰਹਿੰਦੇ ਹੈ, ਜੋ ਸਾਡੇ ਵਪਾਰੀ ਹੈ, ਛੋਟੇ ਵਪਾਰੀ ਹੈ, ਉਹਨਾਂ ਦੇ ਬਾਰੇ ਕੌਣ ਸੋਚਦਾ? ਕੋਈ ਨਹੀਂ ਸੋਚ ਰਿਹਾ, ਕੱਲੇ ਭਾਰਤੀ ਜਨਤਾ ਪਾਰਟੀ ਸੋਚਦੀ ਹੈ। ਮੈਂ ਇੱਕ ਵਾਰ ਦੁਬਾਰਾ ਇੰਡਸਟਰੀ ਤੇ ਆਉਣਾ ਚਾਹੁੰਦਾ ਜੀ। ਮੈਂ ਤੁਹਾਨੂੰ ਗਾਰੰਟੀ ਕਹਿੰਦਾ, ਜੇ ਪੰਜਾਬ ਦੇ ਵਿੱਚ ਬੀਜੇਪੀ ਦੀ ਸਰਕਾਰ ਚੁਣ ਕੇ ਆਂਦੀ ਹੈ, ਮੈਂ ਗਾਰੰਟੀ ਕਹਿੰਦਾ ਕਿ ਨਰਿੰਦਰ ਮੋਦੀ ਸਰਕਾਰ ਜੋ ਕੇਂਦਰ 'ਚ ਬੈਠੀ ਹੈ, ਉਹ ਪੰਜਾਬ ਦੇ ਵਿੱਚ ਇੰਡਸਟਰੀਲਾਈਜੇਸ਼ਨ ਲੈ ਕੇ ਆਏਗੀ। ਔਰ ਇੰਡਸਟਰੀਲਾਈਜੇਸ਼ਨ ਦੇ ਵਿੱਚ ਮੈਂ ਇੱਕ ਮਤਾ ਪਵਾਉਣਾ ਚਾਹੁੰਦਾ ਕਿ ਪਹਿਲੇ 10 ਸਾਲ ਪੰਜਾਬ ਦੀ ਇੰਡਸਟਰੀ ਦੇ ਵਿੱਚ 80% ਜੌਬਸ ਪੰਜਾਬ ਦੇ ਬੱਚਿਆਂ ਨੂੰ ਦੇਣ। ਇੱਕ ਪੰਜਾਬ ਦੇ ਵਿੱਚ ਪੰਜਾਬ ਮਾਡਲ ਆਇਆ ਨਵਜੋਤ ਸਿੰਘ ਸਿੱਧੂ ਦਾ, ਇੱਕ ਦਿੱਲੀ ਮਾਡਲ ਆਇਆ ਅਰਵਿੰਦ ਕੇਜਰੀਵਾਲ ਦਾ। ਬੀਜੇਪੀ ਦਾ ਮੈਨੀਫੈਸਟੋ ਆਣਾ ਹਜੇ ਬਾਕੀ ਹੈ। ਕੀ ਅਰਵਿੰਦ ਖੰਨਾ ਇੱਕ ਚੀਜ਼ ਸੋਚਦੇ ਨੇ ਕਿ ਇਸ ਤਰ੍ਹਾਂ ਦੀ ਸਹੂਲਤ ਜਾਂ ਇਸ ਤਰ੍ਹਾਂ ਦੀ ਆਫਰ ਬੀਜੇਪੀ ਦੇ ਮੈਨੀਫੈਸਟੋ 'ਚ ਆ ਸਕਦੀ ਹੈ? ਦੇਖੋ, ਕਈ ਚੀਜ਼ਾਂ ਆਪਾਂ ਮੈਨੀਫੈਸਟੋ ਵਿੱਚ ਕਵਰ ਕਰਾਂਗੇ, ਕਈ ਚੀਜ਼ਾਂ ਮੈਨੀਫੈਸਟੋ ਦੇ ਵਿੱਚ ਨਹੀਂ ਆਉਂਦੀ। ਬਿਗਰ ਪਿਕਚਰ ਹੁੰਦਾ ਹੈ, ਇਹ ਬਿਗਰ ਪਿਕਚਰ ਹੋਣੀ ਹੈ।
ਇੰਡਸਟਰੀਅਲਾਈਜੇਸ਼ਨ ਬਾਰੇ ਦੇਖੋ, ਆਪਾਂ ਤਾਂ ਕਹਿੰਦੇ ਜੌਬ ਕ੍ਰੀਏਸ਼ਨ ਕਰਾਂਗੇ ਆਪਾਂ, ਪਰ ਜਦ ਇਹਦਾ ਜੋ ਬਿਗ ਪਿਕਚਰ ਹੋਣਾ ਹੈ, ਇਹ ਸੈਂਟਰ ਸਰਕਾਰ ਦੀ ਲੀਡਰਸ਼ਿਪ, ਜੋ ਸਾਡੇ ਕੇਂਦਰ ਸਰਕਾਰ ਦੇ ਮੰਤਰੀ ਹਨ, ਜਿਨ੍ਹਾਂ ਦੀ ਇਹਦੇ ਦੇ ਨਾਲ ਸਾਨੂੰ ਬਹਿਣਾ ਪੈਣਾ ਹੈ। ਵੀ ਹੈਵ ਟੂ ਸੀ ਕਲੈਕਟਿਵਲੀ ਕਿ ਆਪਾਂ ਕੀ ਕਰਨਾ ਹੈ। ਯੈਸ, ਮੈਨੀਫੈਸਟੋ 'ਚ ਜ਼ਰੂਰ ਇੰਪਲੋਇਮੈਂਟ ਬਾਰੇ ਆਪਾਂ ਗੱਲ ਕਰਾਂਗੇ, ਪਰ ਇੰਡਸਟਰੀਅਲਾਈਜੇਸ਼ਨ ਇੱਕ ਬਹੁਤ ਵੱਡਾ ਸਾਡਾ ਪਲੇਟਫਾਰਮ ਹੈ, ਜਿਹਦੇ ਉੱਤੇ ਸਾਨੂੰ ਥੋੜਾ ਜਿਹਾ ਵਕਤ ਲੱਗੂਗਾ ਔਰ ਆਪਾਂ ਇਹਨੂੰ ਲਾਗੂ ਕਰਾਂਗੇ। ਕੱਲ ਰਾਹੁਲ ਗਾਂਧੀ ਪੰਜਾਬ ਆ ਰਹੇ ਨੇ। ਰਾਹੁਲ ਗਾਂਧੀ ਦੀ ਪਹਿਲੀ ਵਰਚੁਅਲ ਰੈਲੀ ਪੰਜਾਬ ਦੇ ਵਿੱਚ ਹੋਣ ਜਾ ਰਹੀ ਹੈ। ਨਰਿੰਦਰ ਮੋਦੀ ਹੁਣਾਂ ਦੀ ਰੈਲੀ ਪਿਛਲੇ ਦਿਨੀ ਹੋ ਨਹੀਂ ਪਾਈ ਪੰਜਾਬ ਦੇ ਵਿੱਚ, ਉਹਦੇ ਕਾਰਨ ਵੱਖਰੇ ਹੈਗੇ ਨੇ। ਤਾਂ ਲੱਗਦਾ ਕਿ ਕਾਂਗਰਸ ਲੀਡ ਲੈ ਜੂਗੀ ਕਿਤੇ ਇਸ ਗੱਲ ਦੇ ਵਿੱਚ? ਰਾਹੁਲ ਗਾਂਧੀ ਤੇ ਕਾਂਗਰਸ ਪਾਰਟੀ ਪਿਛਲੇ 70 ਸਾਲ ਤੋਂ ਦਾ ਇੱਕ ਹੀ ਨਾਰਾ ਹੈ, ਗਰੀਬੀ ਹਟਾਵਾਂਗੇ। 70 ਸਾਲ ਤੋਂ ਕਾਂਗਰਸ ਪਾਰਟੀ ਤੋਂ ਗਰੀਬੀ ਹਟਾਈ ਨਹੀਂ ਗਈ। ਜੋ ਤਰੱਕੀ ਪਿਛਲੇ 7 ਸਾਲ ਨਰਿੰਦਰ ਮੋਦੀ ਜੀ ਦੇ ਰਾਜ ਵਿੱਚ ਹੋਇਆ, ਸਾਰਿਆਂ ਨੂੰ ਟ੍ਰਾਂਸਪੇਰੈਂਟਲੀ ਪਤਾ ਹੈ। ਠੀਕ ਹੈ, ਪਿਛਲੇ 2 ਸਾਲ ਦੇ ਅੰਕੜ ਥੋੜੇ ਜਿਹੇ ਕਮਜ਼ੋਰ ਹੋ ਸਕਦੇ ਹਨ, ਬਿਕੋਜ਼ ਕੋਵਿਡ ਦਾ ਇਨਾ ਭਾਰੀ ਸੰਕਟ ਪੂਰੇ ਵਰਲਡ 'ਚ ਸੀ। ਮੇਰੀ ਵੀ ਜੋ ਇੰਡਸਟਰੀ ਹੈ, ਠੀਕ ਹੈ, ਮੇਰੀ ਡਿਫੈਂਸ ਦੀ ਇੰਡਸਟਰੀ ਹੈ, ਮੇਰੀ ਵੀ ਡਿਫੈਂਸ ਦੀ ਇੰਡਸਟਰੀ, ਯੂ ਬਿਲੀਵ ਕਰੋਗੇ ਬਾਟਿਆ ਜੀ, ਉਹਨੂੰ ਵੀ ਸਫਰ ਕਰਨਾ ਪਿਆ, ਕਿਉਂਕਿ ਕੰਪੋਨੈਂਟਸ ਦੂਸਰੇ ਦੇਸ਼ਾਂ ਤੇ ਆਣੇ ਹੈ, ਟ੍ਰਾਇਲਸ ਕहीं ਹੋਰ ਹੋਣੇ ਹੈ, ट्रैवलिंग नहीं हो रही, लॉजिस्टिक्स नहीं हो रहा। तो हर एक इंडस्ट्री ਨੂੰ पिछले 1.5-2 साल कोविड करके बहुत मुश्किलें आई हैं। बट इफ यू लुक एट डेवलपमेंट वर्क, इफ यू लुक एट, देखो सारे जो पंजाब एक आइसोलेशन रखते आप, बट ऑल इंडिया पद्धर से किन्ने लोग इंडियन ओरिजिन के जो लोग हैं जो वापस इंडिया आना चाहते हैं, किन्नी फॉरेन इंडस्ट्री इंडिया आना चाह रही है, मेक इंडिया दिया हो रहा है ये करके, क्योंकि इंडिया इज शाइनिंग। ठीक है, और मैं यकीनन कह सकता कि जो मॉडल चलूगा पंजाब दे विच, देखो सिद्धू साहब दा मॉडल तो सिद्धू साहब नूं ही पता है, केजरीवाल साहब दा मॉडल मैं नहीं कहता माड़ा मॉडल है, पर वो टेस्टेड नहीं है, क्योंकि वो नहीं, वो दिल्ली च ओनू ट्राइड एंड टेस्टेड ही दसदे हैं। दिल्ली तो बहुत छोटा सूबा है, आधा दिल्ली तो गवर्नर रूल है, लेफ्टिनेंट गवर्नर दा रूल चलता है, सेंट्रल सरकार दी लीडरशिप है, आधा दिल्ली तो पंजाब दे 4 डिस्ट्रिक्ट के मुताबिक है दिल्ली, तो इस करके वो इज नॉट सूटेबल फॉर पंजाब। पंजाब बहुत ही गंभीर सिचुएशन च है, ਇਹਦੇ ਵਿੱਚ ਬਾਰਡਰ ਸਟੇਟ, ਨਾਟ ਓਨਲੀ ਬਾਰਡਰ ਸਟੇਟ, ਉਹ ਗੱਲ ਨਹੀਂ, ਮੈਂ ਕਹਿੰਦਾ ਫਾਈਨੈਂਸ਼ੀਅਲੀ ਹੁਣ ਇੰਨਾ ਕਰਜ਼ਾ ਹੈ, ਕੌन सा मॉडल कर्जे तो कर दूंगा, नो चांस। जब तक सेंटर सरकार दी इत्थे कोई हमदर्दी नहीं आंदी साडे कनी, कोई इस तरीके नाल आपां कोई प्लान नहीं करदे, पंजाब दा कुछ नहीं हो सकता है, मेरी गारंटी है तुहानूं। बीजेपी ਨੂੰ ਲੈ ਕੇ ਔਰ ਨਰਿੰਦਰ ਮੋਦੀ ਨੂੰ ਲੈ ਕੇ ਪਿਛਲੇ ਦਿਨਾਂ ਦੇ ਦੌਰਾਨ ਇੱਕ ਪੋਲੀਟੀਕਲ ਹਲਕਿਆਂ ਦੇ ਵਿੱਚ ਵੱਖਰੇ ਕਿਸਮ ਦੀ ਚਰਚਾ ਵੀ ਚੱਲ ਰਹੀ ਹੈ। ਕਹਿੰਦੇ ਪ੍ਰੈਸ਼ਰ ਪੋਲਿਟਿਕਸ ਕਰਦੇ ਨੇ ਨਰਿੰਦਰ ਮੋਦੀ। ਚਰਨਜੀਤ ਚੰਨੀ ਤੇ ਜਿਹੜੇ ਈਡੀ ਦੇ ਰੇਡਸ ਪਏ, ਮੈਂ ਪਿਛਲੇ ਦਿਨਾਂ ਦੇ ਦੌਰਾਨ ਅਰਵਿੰਦ ਕੇਜਰੀਵਾਲ ਉਹਨਾਂ ਨੂੰ ਇੰਟਰਵਿਊ ਕੀਤੀ 4-5 ਦਿਨ ਪਹਿਲੇ, ਉਹ ਕਹਿੰਦੇ ਮੇਰੇ ਤੇ ਵੀ ਰੇਡ ਪਵਾਏ, ਮੈਨੂੰ ਵੀ ਬਹੁਤ ਪ੍ਰੈਸ਼ਰਾਈਜ਼ ਕਰਨ ਦੀ ਕੋਸ਼ਿਸ਼ ਕੀਤੀ। ਇਹ ਨਰਿੰਦਰ ਮੋਦੀ ਦਾ ਪੋਲਿਟਿਕਸ ਦਾ ਸਟਾਈਲ ਹੈ। ਮੈਂ ਨਹੀਂ ਐਗਰੀ ਕਰਦਾ, ਇਹ ਗੱਲਾਂ ਹਨ। ਦੇਖੋ पंजाब ਦੇ ਵਿੱਚ ਸਾਰਿਆਂ ਨੂੰ ਪਤਾ ਹੈ कि पिछले 4.5 साल बहुत सारे कांड हुए हैं, चाहे सड़कों की गल कर लो, चाहे किसी की गल कर लो। कैप्टन साहब ने आप कहा कि सारे रेते दे विच है, तो चन्नी साहब का अटैक नहीं सी, ये तो कोई कंप्लेंट आई होनी है, ਉਹਦੇ खिलाफ कार्रवाई हुई है, नहीं तो किसी होर ते तो रेड हुई नहीं। अदरवाइज इत्थे तो सारे पंजाब दे जो तुहाडे मिनिस्टर्स हैं, कैप्टन साहब आप कह रहे हैं सारे मिले भी सी, कहंदा मेरे को डोजियर है सब दा, ਤੇ ਇਸ ਕਰਕੇ ਪਰ ਤਾਂ ਲੱਗਦਾ ਕਿ ਕੈਪਟਨ ਸਾਹਿਬ ਨੇ ਬਹੁਤ ਵੱਡੀ ਗਲਤੀ ਕੀਤੀ। ਮਤਲਬ ਅਗਰ ਤੁਹਾਡੇ ਕੋਲ ਡੋਜ਼ੀਅਰ ਸੀਗਾ, ਤੁਸੀਂ ਉਸ ਤੇ ਕਾਰਵਾਈ ਨਹੀਂ ਕਰਦੇ। ਬਿਲਕੁਲ ਕਰਨੀ ਚਾਹੀਦੀ ਸੀ, ਇਹ ਗਲਤੀ ਹੈ ਕੈਪਟਨ ਸਾਹਿਬ ਦੀ, ਮੈਂ ਐਗਰੀ ਕਰਦਾ ਤੁਹਾਡੇ ਨਾਲ, ਇਹ ਕਮਜ਼ੋਰੀ ਰਹੀ ਹੈ, ਪਰ ਕਈ ਵਾਰ ਆਪਣਾ ਫਲੋਕ ਨੂੰ ਟੁਗੇਦਰ ਰੱਖਣਾ ਪੈਂਦਾ ਹੈ। ਤੇ ਸੱਚੋ ਨਹੀਂ, ਪਰ ਲੀਡਰ ਤੇ ਇਸ ਲਈ ਚੁਣੇ ਜਾਂਦੇ ਆ ਨਾ, ਲੀਡਰ ਤੇ ਬੈਟਰਮੈਂਟ ਲਈ ਹੈ ਨਾ, ਪਰ ਤੁਹਾਨੂੰ ਪਤਾ ਹੈ ਵੈਲਫੇਅਰ ਸਟੇਟ ਅਗਰ ਤੁਸੀਂ ਬਣਾਣੀ ਹੈ, ਤੁਹਾਨੂੰ ਪਤਾ ਕਈ ਵਾਰ ਪੋਲੀਟੀਸ਼ੀਅਨਸ ਨੂੰ ਦੀ ਮਜਬੂਰੀਆਂ ਹੋ ਜਾਂਦੀਆਂ। ਬਟ ਦੇਖੋ ਕੈਪਟਨ ਸਾਹਿਬ ਦਾ ਦਿਲ ਸਹੀ ਜਗ੍ਹਾ ਸੀਗਾ, ਉਹ ਪੰਜਾਬ ਦੇ ਬੈਨੀਫਿਟ ਵਾਸਤੇ ਜਦ ਵੀ ਆਏ ਹੈ, ਜਦ ਵੀ ਉਹਨਾਂ ਨੇ ਕੋਈ ਪੋਲਿਟਿਕਸ ਕੀਤੀ ਹੈ, ਪੰਜਾਬ ਦੇ ਬੈਨੀਫਿਟ ਵਾਸਤੇ ਕੀਤੀ। ਉਹਨਾਂ ਨੇ ਕੁਰਬਾਨੀਆਂ ਵੀ ਬਹੁਤ ਦਿੱਤੀਆਂ, ਅਸਤੀਫੇ ਵੀ ਬਹੁਤ ਦਿੱਤੇ, ਸੰਘਰਸ਼ ਵੀ ਬਹੁਤ ਕੀਤਾ ਪੰਜਾਬ ਵਾਸਤੇ। ਤੁਸੀਂ ਕਾਂਗਰਸ ਦੇ ਵਿੱਚ ਇੰਨਾ ਲੰਬਾ ਸਮਾਂ ਰਹੇ, ਉਸ ਤੋਂ ਬਾਅਦ ਤੁਸੀਂ ਹੁਣ ਬੀਜੇਪੀ ਦੇ ਵਿੱਚ ਗਏ। ਤੁਸੀਂ ਬੀਜੇਪੀ ਔਰ ਕਾਂਗਰਸ ਦੀ ਵਰਕਿੰਗ ਕਿਵੇਂ ਦੇਖਦੇ ਹੋ? ਕੀ ਡਿਫਰੈਂਸ ਹੈ ਪਾਰਟੀ ਦੇ ਵਿੱਚ? ਕੋਈ ਕੰਪੈਰੀਜ਼ਨ ਨਹੀਂ ਹੈ, ਤੁਸੀਂ ਕੰਪੇਅਰ ਨਹੀਂ ਕਰਦੇ। ਦਿਨ ਕਿਉਂ? 24 ਘੰਟੇ ਉਹਨਾਂ ਦਾ ਕੰਮ ਪੋਲਿਟਿਕਸ ਦਾ, ਉਹ ਸਿਰਫ ਪੋਲਿਟਿਕਸ ਤੇ ਹਿੰਦੁਸਤਾਨ ਦਾ ਭਲਾ ਸਮਝਦੇ ਆ। ਉਹ ਟੋਟਲੀ ਉਹਨਾਂ ਦਾ ਇੱਕ ਹੀ ਕੰਮ ਹੈ ਕਿ ਹਿੰਦੁਸਤਾਨ ਨੂੰ ਆਪਾਂ ਕਿਵੇਂ ਅੱਗੇ ਲਿਜਾ ਸਕਦੇ ਹਾਂ, ਹਿੰਦੁਸਤਾਨ ਦੇ ਲੋਕਾਂ ਵਾਸਤੇ ਹੋਰ ਕੀ ਹੋ ਸਕਦਾ ਹੈ। ਟੋਟਲੀ ਐਂਡ ਓਨਲੀ ਡੈਡੀਕੇਟਿਡ
ਟੂ ਦ ਡਿਵੈਲਪਮੈਂਟ ਆਫ ਇੰਡੀਆ ਹੈ ਬੀਜੇਪੀ ਦਾ ਨਾਰਾ। ਰਾਹੁਲ ਗਾਂਧੀ ਤੇ ਨਰਿੰਦਰ ਮੋਦੀ 'ਚ ਡਿਫਰੈਂਸ ਕੀ ਸਮਝਦੇ ਹੋ? ਕਿਉਂਕਿ ਦੇਸ਼ ਨੂੰ ਦੋਨੋਂ ਚਲਾਨ, ਇੱਕ ਚਲਾ ਰਹੇ ਨੇ, ਇੱਕ ਚਲਾਨ ਦੇ ਵਿੱਚ ਇਨ ਵੇਟਿੰਗ ਬੈਠੇ ਨੇ। ਨਹੀਂ ਉਹਨਾਂ ਨੂੰ ਵੇਟ ਬਹੁਤ ਕਰਨਾ ਪੈਣਾ ਹੈ। ਇਹ ਮੋਦੀ ਸਾਹਿਬ ਦਾ ਕੰਪੈਰੀਜ਼ਨ ਹੀ ਨਹੀਂ ਹੈ। ਰਾਹੁਲ ਗਾਂਧੀ ਤੁਹਾਨੂੰ ਲੱਗਦਾ ਖੜਦੇ ਨਹੀਂ ਮੋਦੀ ਅੱਗੇ? ਨਹੀਂ ਕੋਈ ਨਹੀਂ ਖੜਦਾ ਮੋਦੀ ਸਾਹਿਬ ਕੋਲ, ਅੱਗੇ ਕੋਈ ਨਹੀਂ ਖੜਦਾ। ਦੇਖੋ ਰਾਹੁਲ ਗਾਂਧੀ ਜੀ ਦੇ ਉਹਨਾਂ ਦੇ ਨਾਲ ਤਾਂ ਹੋਰ ਵੀ ਲੀਡਰ ਹੈ ਜੋ ਦੇਖੋ ਰੋਜ਼ ਤੋਂ ਛੱਡ ਕੇ ਜਾਂਦੇ। ਪਹਿਲੇ ਸਿੰਧੀਆ ਛੱਡ ਗਿਆ, ਪਾਇਲਟ ਛੱਡਣ ਵਾਲਾ ਸੀ, ਕੱਲ ਆਰਪੀਐਨ ਸਿੰਘ ਛੱਡ ਗਏ, ਉਹ ਵੀ ਆਰਪੀਐਨ ਸਿੰਘ ਛੱਡ ਗਏ। ਸਾਰੇ ਛੱਡੀ ਜਾ ਰਹੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਕਾਂਗਰਸ ਕੁਝ ਕਰ ਹੀ ਨਹੀਂ ਸਕਦੀ। ਇਹ ਕਦੀ ਅਨਫੋਰਚੂਨੇਟਲੀ ਹੁੰਦਾ ਹੈ ਕਿ ਕਿਸੇ ਦੇ ਕੋਲ ਕੈਪੇਬਿਲਿਟੀ ਜਾਂ ਉਹ ਨੇਚਰ ਨਹੀਂ ਹੈ, ਤੇ ਇਸ ਕਰਕੇ ਆਪਾਂ ਉਹ ਨਹੀਂ ਕਰਦੇ। ਮੇਰੇ ਖਿਆਲ ਵਿੱਚ ਮੋਦੀ ਸਾਹਿਬ ਦੇ ਕੰਪੈਰੀਜ਼ਨ 'ਚ ਹਲੇ ਕੋਈ ਲੀਡਰ ਨਹੀਂ ਹੈ। ਖੰਨਾ ਸਾਹਿਬ, ਤੁਹਾਡੀ ਕਨਸਟੀਟੂਐਂਸੀ ਨੂੰ ਲੈ ਕੇ ਗੱਲ ਕਰ ਲੈਂਦੇ ਹਾਂ। ਆਖਰੀ 2-3 ਸਵਾਲ ਨੇ ਤੁਹਾਡੇ ਹਲਕੇ ਨੂੰ ਲੈ ਕੇ। ਅਰਵਿੰਦ ਖੰਨਾ ਹੁਣ ਦੁਬਾਰਾ ਮਾਲਵੇ ਦੀ ਰਾਜਨੀਤੀ ਦੇ ਵਿੱਚ ਆਏ ਨੇ। ਸੰਗਰੂਰ ਦੇ ਵਿੱਚ ਤੁਸੀਂ ਪਹਿਲੇ ਵੀ ਇੱਥੋਂ ਇਲੈਕਸ਼ਨ ਜਿੱਤ ਚੁੱਕੇ ਹੈਗੇ ਹੋ। ਇਸ ਵਾਰੀ ਮੁਕਾਬਲਾ ਕਿਸ ਤਰ੍ਹਾਂ ਦੇ ਨਾਲ ਲੱਗ ਰਿਹਾ? ਕਿਉਂਕਿ ਇਸੇ ਸੰਗਰੂਰ ਲੋਕ ਸਭਾ ਸੀਟ ਤੋਂ ਭਗਵੰਤ ਮਾਨ ਸਾਰੇ ਪੰਜਾਬ ਤੋਂ ਸਭ ਤੋਂ ਵੱਧ ਵੋਟਾਂ ਤੇ ਜਿੱਤ ਕੇ ਗਏ ਸੀਗੇ। ਇਸ ਵਾਰੀ ਤੁਹਾਨੂੰ ਲੱਗਦਾ ਕਿ 7 ਸਾਲ ਦਾ ਗੈਪ ਵੀ ਪੈ ਗਿਆ? ਪਾਰਟੀ ਵੀ ਤੁਸੀਂ ਉਹ ਚੁਣ ਲਈ ਫਿਲਹਾਲ ਵੀ ਜਿਹਦੇ ਲਈ ਥੋੜੀ ਸਿਚੁਏਸ਼ਨ ਔਖੀ ਹੈਗੀ ਹੈ। ਅਰਵਿੰਦ ਖੰਨਾ ਨੂੰ ਸਿਚੁਏਸ਼ਨ ਕਿੰਨੀ ਔਖੀ ਲੱਗ ਰਹੀ ਹੈ? ਓਨੈਸਟ ਐਨਾਲਿਸਿਸ ਦੱਸਿਓ। ਦੇਖੋ ਮੈਨੂੰ ਨਹੀਂ ਪਤਾ ਮੇਰੀ ਲੜਾਈ ਕਿਹਦੇ ਨਾਲ ਹੈ, ਟੂ अर्ਲੀ ਟੂ ਸੇ। ਲੜਾਈ ਅੱਜ ਦੀ ਘੜੀ ਸਾਰਿਆਂ ਦੇ ਨਾਲ ਹੈ। ਮੇਰੀ ਇੱਕ ਗੱਲ ਜ਼ਰੂਰ ਹੈ, ਮੈਂ ਇਸ ਇਲਾਕੇ 'ਚ ਬਹੁਤ ਸੇਵਾ ਕੀਤੀ ਹੈ, 14-15 ਸਾਲ ਸੇਵਾ ਕੀਤੀ ਹੈ। ਔਰ ਮੈਂ ਬਾਟਿਆ ਸਾਹਿਬ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦਾ, ਇਸ ਇਲਾਕੇ ਦੇ ਵਿੱਚ 2002 ਦੇ ਵਿੱਚ ਜਦ ਮੈਂ ਪਹਿਲੀ ਵਾਰ ਜਿੱਤ ਕੇ ਆਇਆ ਸੀ ਤੇ ਮੈਂ ਪਹਿਲਾ ਕਾਂਗਰਸੀ ਸੀ ਜੋ ਸੰਗਰੂਰ ਤੋਂ ਜਿੱਤਿਆ। ਉਸ ਤੋਂ ਪਹਿਲਾਂ ਕਾਂਗਰਸ ਕਦੀ ਨਹੀਂ ਜਿੱਤੀ ਇੱਥੇ। ਬॉयकॉट ਦਾ ਇਲੈਕਸ਼ਨ ਆਪਾਂ ਕਾਊਂਟ ਨਹੀਂ ਕਰਦੇ। ਔਰ ਉਸ ਤੋਂ ਪਹਿਲਾਂ ਮੈਂ ਪਹਿਲਾ ਐਮਐਲਏ ਸੀ ਕਾਂਗਰਸ ਪਾਰਟੀ ਦਾ। ਔਰ ਅੱਜ ਮੈਂ ਤੁਹਾਨੂੰ ਕਹਿ ਰਿਹਾ, ਪਰਮਾਤਮਾ ਨੇ ਸਾਥ ਦਿੱਤਾ, ਲੋਕਾਂ ਦਾ ਪਿਆਰ ਮਿਲਿਆ, ਤਾਂ 2022 ਦੇ ਵਿੱਚ ਵੀ ਐਸੇ ਕੁਝ ਕਮਾਲ ਕਰਾਂਗੇ। ਇੱਕ ਚਰਚਾ ਖੰਨਾ ਸਾਹਿਬ ਇਹ ਵੀ ਹੋ ਰਹੀ ਹੈ ਕਿ ਬੀਜੇਪੀ ਦੀ ਜਿਹੜੀ ਨਜ਼ਰ ਸੀਗੀ ਉਹ ਸੰਗਰੂਰ ਲੋਕ ਸਭਾ ਸੀਟ ਤੇ ਹੈਗੀ। ਹੋ ਸਕਦਾ ਕਿ ਅਰਵਿੰਦ ਖੰਨਾ ਕੱਲ ਨੂੰ ਸੰਗਰੂਰ ਲੋਕ ਸਭਾ ਦੇ ਕੈਂਡੀਡੇਟ ਵੀ ਹੋਣ, ਕਿਉਂਕਿ ਉਹਨਾਂ ਨੂੰ ਕਿਉਂਕਿ ਜਿਹੜੇ ਜੋ ਮੈਂ ਤੁਹਾਨੂੰ ਉਹ ਦੱਸਣਾ ਜੋ ਸਿਆਸੀ ਸਫਾਂ ਦੇ ਵਿੱਚ ਚਰਚਾ ਹੁੰਦੀ ਹੈ ਕਿ ਭਗਵੰਤ ਮਾਨ ਆਪਣੀ ਕਨਸਟੀਟੂਐਂਸੀ ਧੂਰੀ 'ਚ ਲੌਕ ਹੋ ਗਏ, ਬਾਕੀ ਸਟੇਟ 'ਚ ਵੀ ਕਰਨਾ। ਸੰਗਰੂਰ ਲੋਕ ਸਭਾ ਕਨਸਟੀਟੂਐਂਸੀ ਅਰਵਿੰਦ ਖੰਨਾ ਵਿਧਾਨ ਸਭਾ ਅਰਵਿੰਦ ਖੰਨਾ ਜਿੱਤ ਸਕਦੇ ਨੇ, ਜਿੱਤ ਗਏ ਅਗਰ, ਤੇ ਕੱਲ ਨੂੰ ਸੰਗਰੂਰ ਲੋਕ ਸਭਾ ਕਨਸਟੀਟੂਐਂਸੀ ਵੀ ਦੇਖੇ। ਮੇਰੇ ਨਾਲ ਐਸੀ ਕੋਈ ਗੱਲ ਨਹੀਂ ਹੋਈ। ਔਰ ਸੱਚਾਈ ਨਾਲ ਮੈਂ ਤੁਹਾਨੂੰ ਕਹਿੰਦਾ, ਮੈਂ ਪੰਜਾਬ ਦੇ ਵਿੱਚ ਰਹਿ ਕੇ ਪੰਜਾਬ ਦੀ ਸੇਵਾ ਕਰਨਾ ਚਾਹੁੰਦਾ। ਲਾਸਟ ਟਾਈਮ ਵੀ 2004 ਦੇ ਵਿੱਚ ਜਦ ਮੈਨੂੰ ਕਾਂਗਰਸ ਪਾਰਟੀ ਨੇ ਮਜਬੂਰ ਕੀਤਾ ਸੀ ਪਾਰਲੀਮੈਂਟ ਲੜਨ ਵਾਸਤੇ, ਮੈਂ ਪਾਰਲੀਮੈਂਟ ਦਾ ਚਾਹਵਾਨ ਨਹੀਂ ਸੀ। ਮੈਨੂੰ ਲਾਸਟ ਮੋਮੈਂਟ 20 ਦਿਨ ਪਹਿਲਾਂ ਜ਼ਬਰਦਸਤੀ ਲੜਾਇਆ ਗਿਆ ਸੀ ਕਿ ਨਹੀਂ ਹੋਰ ਕੋਈ ਕੈਂਡੀਡੇਟ ਨਹੀਂ, ਤੁਸੀਂ ਲੜੋ। ਮੈਂ ਬਿਲਕੁਲ ਪਾਰਲੀਮੈਂਟ ਦੇ ਵਿੱਚ ਜਾਣ ਦਾ ਮੇਰੇ ਇੰਟਰਸਟ ਨਹੀਂ ਹੈ। ਮੈਂ ਪੰਜਾਬ ਦੇ ਵਿੱਚ ਰਹਿ ਕੇ ਪੰਜਾਬ ਦੇ ਲੋਕਾਂ ਦੀ ਸੇਵਾ ਕਰਨਾ ਚਾਹੁੰਦਾ। ਤੁਹਾਡੇ ਮੁਕਾਬਲਾ ਹੁਣ ਕਨਸਟੀਟੂਐਂਸੀ ਦੇ ਵਿੱਚ ਵਿਜੇਂਦਰ ਸਿੰਗਲਾ ਨੇ, ਸਿਟਿੰਗ ਮਿਨਿਸਟਰ ਨੇ, ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਜਿਹੜੀ ਨਰਿੰਦਰ ਭਾਰਜ ਵੀ ਹੈਗੀ ਹੈ। ਤੁਹਾਨੂੰ ਕੰਪੀਟੀਸ਼ਨ ਜਾਂ ਤੁਹਾਨੂੰ ਮੁਕਾਬਲਾ ਕਿਹਦੇ ਨਾਲ ਨਜ਼ਰ ਆ ਰਿਹਾ? ਟੂ अर्ਲੀ ਸਾਰਿਆਂ ਦੇ ਨਾਲ ਮੁਕਾਬਲਾ, ਟਾਈਮ ਦੱਸੇਗਾ। ਇੰਨੇ ਲੰਬੇ ਗੈਪ ਤੋਂ ਬਾਅਦ ਸਿਆਸਤ ਦੇ ਵਿੱਚ ਵਾਪਸੀ ਕਰਨੀ ਤੇ ਏਰੀਆ ਕਵਰ ਕਰਨਾ, ਬਹੁਤ ਮਜ਼ਾ ਅਰਵਿੰਦ ਖੰਨਾ, ਬਹੁਤ ਮਜ਼ਾ ਆ ਰਿਹਾ ਹੈ। ਲੋਕ ਮੇਰੇ ਨਾਲ ਜੁੜੇ ਹੈ। ਕਾਂਗਰਸ ਪਾਰਟੀ ਦੇ ਵਿੱਚ ਮੈਂ ਬਹੁਤ ਸੇਵਾ ਕੀਤੀ, ਇੱਥੇ ਮੇਰੇ ਨਾਲ ਬਹੁਤ ਲੋਕ ਜੁੜੇ ਹੋਏ ਹੈ, ਪਿਆਰ ਸਤਿਕਾਰ ਨਾਲ ਸੇਵਾ ਕੀਤੀ ਹੈ। ਲੋਕ ਬਹੁਤ ਖੁਸ਼ ਹੈ ਕਿਉਂਕਿ ਦੇਖ ਮੈਂ ਪੋਲਿਟਿਕਸ ਛੱਡਤੀ ਸੀ, ਲੋਕਾਂ ਦੇ ਨਾਲ ਮੇਰਾ ਸੰਪਰਕ ਪੂਰਾ ਸੀਗਾ ਇਹ 7 ਸਾਲ ਚ ਵੀ। ਹਾਂ WhatsApp ਮੈਸੇजेस ਇਹ ਸੀਗਾ। ਤੁਸੀਂ ਤੇ ਵਿਦੇਸ਼ ਚਲੇ ਗਏ ਸੀ। WhatsApp ਤੋਂ ਵਿਦੇਸ਼ ਵੀ ਚੱਲਦਾ, ਮੇਰਾ ਨੰਬਰ ਕਦੀ ਨਹੀਂ ਚੇਂਜ ਹੋਇਆ। ਉਹ ਸਾਰੇ ਲੋਕ ਜੋ 2000 ਤੋਂ ਮੇਰੇ ਨਾਲ ਜੁੜੇ ਹੈ ਉਹਨਾਂ ਦੇ ਵੀ ਨੰਬਰ ਅੱਜ ਕੱਲ੍ਹ ਮੇਰੇ ਕੋਲ ਹੈ। ਤੁਸੀਂ ਆਪ ਹੀ ਗੇੜਾ ਮਾਰ ਕੇ ਪੁੱਛ ਲਓ ਲੋਕਾਂ ਨੂੰ, ਉਹਨੇ ਇਹ ਦੇਖ ਲਓ ਆਫਿਸ, ਇਹ ਤੇ ਆਧੇ ਮੇਰੇ ਨਾਲ ਪੁਰਾਣੇ ਕਾਂਗਰਸੀ ਹੋਣਗੇ ਜੋ ਛੱਡ ਕੇ ਆ ਗਏ। ਅੱਛਾ। ਹਾਂ, ਤਾਂ ਮੈਨੂੰ ਕੋਈ ਪ੍ਰੋਬਲਮ ਨਹੀਂ ਹੈ। ਔਰ ਇੱਥੇ ਬੀਜੇਪੀ ਦਾ ਵੀ ਸੰਗਠਨ ਬਹੁਤ ਤਕੜਾ ਹੈ ਸੰਗਰੂਰ ਦੇ ਵਿੱਚ। ਠੀਕ ਹੈ। ਆਖਰ ਦੇ ਵਿੱਚ ਜੋ ਤੁਸੀਂ ਆਪਣੀ ਕਨਸਟੀਟੂਐਂਸੀ ਦੇ ਜਿਹੜੇ ਤੁਹਾਡੇ ਕਨਸਟੀਟੂਐਂਸੀ ਦੇ ਲੋਕ ਇੰਟਰਵਿਊ ਦੇਖਨੇ, ਜੋ ਤੁਸੀਂ ਉਹਨਾਂ ਨੂੰ ਮੈਸੇਜ ਦੇਣਾ ਚਾਹੋ? ਮੈਂ ਤਾਂ ਇਹਨਾਂ ਹੀ ਕਹਿਣਾ ਲੋਕਾਂ ਨੂੰ ਕਿ ਮੈਂ ਬਹੁਤ ਹੀ ਧੰਨਵਾਦੀ ਹੈ ਕਿ ਜਿਵੇਂ ਤੁਸੀਂ ਮੈਨੂੰ ਪਹਿਲੇ ਪਿਆਰ ਦਿੱਤਾ ਸੀ ਉਨਾ ਹੀ ਪਿਆਰ ਮੈਨੂੰ ਮਿਲ ਰਿਹਾ। ਔਰ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਅਰਵਿੰਦ ਖੰਨਾ ਨੇ ਹਮੇਸ਼ਾ ਸਿਆਸਤ ਪਿਆਰ ਤੇ ਸਤਿਕਾਰ ਦੀ ਕੀਤੀ ਹੈ, ਪਿਆਰ ਦਿੱਤਾ ਹੈ, ਪਿਆਰ ਲਿੱਤਾ ਹੈ, ਔਰ ਉਸੇ ਤਰੀਕੇ ਨਾਲ ਮੈਂ ਅੱਗੇ ਵੀ ਤੁਹਾਡੀ ਸੇਵਾ ਕਰਾਂਗਾ। ਤੁਹਾਡੇ ਸਾਰਿਆਂ ਦਾ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਮੈਨੂੰ ਅੱਜ ਤੱਕ ਪਿਆਰ ਦਿੱਤਾ ਹੈ ਤੁਸੀਂ ਲੋਕ। ਬਹੁਤ ਧੰਨਵਾਦ ਖੰਨਾ ਸਾਹਿਬ ਸਮਾਂ ਦੇਣ ਦੇ ਲਈ। ਸੋ ਇਹ ਸਨ ਅਰਵਿੰਦ ਖੰਨਾ। ਦੇਸ਼ ਦੁਨੀਆ ਦੀ ਬਾਕੀ ਖਬਰਾਂ ਦੇ ਲਈ ਬਨੇ ਰਹੋ ਦੈਨਿਕ ਸਵੇਰਾ ਦੇ ਨਾਲ।